ਸਤਿ ਸ਼੍ਰੀ ਅਕਾਲ ਲੋਕਰਾਣਾ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਪਿਆਰੀ ਲਾਲ ਗਰਗ। ਗਰਗ ਸਾਹਿਬ ਜੀ ਆਏ। ਸ਼ੁਕਰੀਆ ਜੀ ਬਾਬਾ। ਗਰਗ ਸਾਹਿਬ ਭਾਰਤ ਦੇ ਚੀਫ ਜਸਟਿਸ ਉਹਨਾਂ ਨੇ ਜੋ VN ਰਾਮੰਨਾ ਨੇ ਉਹਨਾਂ ਨੇ ਇੱਕ ਪ੍ਰੋਗਰਾਮ ਦੇ ਵਿੱਚ ਬੋਲਦਿਆਂ ਹੋਇਆ ਕਿਹਾ ਲੋਕਤੰਤਰ ਹੈ, ਡੈਮੋਕ੍ਰੈਟਿਕ ਕੰਟਰੀ ਹੈ ਇਹ, ਇਹਦੇ 'ਚ ਲੋਕਾਂ ਦਾ ਹੀ ਰਾਜ ਹੈ, ਲੋਕਾਂ ਦਾ ਹੀ ਇਹ ਦੇਸ਼ ਹੈ ਤੇ ਲੋਕਾਂ ਦਾ ਹੀ ਅਧਿਕਾਰ ਹੈ। ਜਦੋਂ ਅਸੀਂ ਇਸ ਗੱਲ ਨੂੰ ਸੁਣ ਰਹੇ ਸੀ, ਪੜ੍ਹ ਰਹੇ ਸੀ ਤਾਂ ਐਂ ਲੱਗਦਾ ਸੀ ਕਿ ਉਹ ਸ਼ੀਸ਼ਾ ਦਿਖਾ ਰਹੇ ਨੇ ਉਹਨਾਂ ਹਕੂਮਤਾਂ ਨੂੰ ਜੋ ਹਕੂਮਤਾਂ ਆਪਣੀ ਮੋਨੋਪੋਲੀ ਸਮਝਦੀਆਂ ਨੇ ਇਸ ਦੇਸ਼ ਉੱਤੇ ਕਿ ਅਸੀਂ ਤਾਂ ਕਿਸੇ ਨੂੰ ਮਾਰ ਸਕਦੇ ਹਾਂ, ਕਿਸੇ ਨੂੰ ਗੱਡੀਆਂ ਹੇਠਾਂ ਦਰੜ ਸਕਦੇ ਹਾਂ। ਅਸੀਂ ਜਦੋਂ ਜੋ ਚਾਹੇ ਸਾਡੇ ਕੋਲ ਸੱਤਾ ਅਸੀਂ ਉਹ ਕਰ ਸਕਦੇ ਹਾਂ। ਭਾਵੇਂ ਸੱਤਾ ਲੈਣ ਤੋਂ ਬਾਅਦ ਇਹ ਲੋਕ ਇਹ ਭੁੱਲ ਗਏ ਕਿ ਸੱਤਾ ਸਾਨੂੰ ਲੋਕਾਂ ਨੇ ਦਿੱਤੀ ਹੈ। ਸੱਤਾ ਕਿਰਤੀ ਕਾਮਿਆਂ, ਮਜ਼ਦੂਰਾਂ, ਕਿਸਾਨਾਂ ਨੇ ਦਿੱਤੀ ਹੈ। ਹਰ ਵਰਗ ਦਾ ਯੋਗਦਾਨ ਰਿਹਾ, ਉਹਨਾਂ ਨਾਲ ਹੀ ਮੁੜ ਕੇ ਧੱਕੇਸ਼ਾਹੀ ਕਰਦੇ ਨੇ। ਤੁਸੀਂ ਅੰਦੋਲਨ 'ਚ ਦੇਖੋ, ਅੰਦੋਲਨ 'ਚ ਆਪਣੇ ਦੇਸ਼ ਦੇ ਲੋਕਾਂ ਨੂੰ ਗਰਗ ਸਾਹਿਬ ਕੀ ਨਹੀਂ ਕਿਹਾ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁਦ ਐਡੇ ਵੱਡੇ ਅਹੁਦੇ ਤੇ ਬਿਰਾਜਮਾਨ ਨੇ, ਉਹਨਾਂ ਨੇ ਸੰਸਦ ਦੇ ਵਿੱਚ ਕਿਸਾਨਾਂ ਨੂੰ ਕੀ ਨਹੀਂ ਕਿਹਾ, ਅਸੀਂ ਸਾਰਿਆਂ ਨੇ ਸੁਣਿਆ। ਉਸ ਤੋਂ ਬਾਅਦ ਜੋ ਬੀਜੇਪੀ ਦੇ ਹੋਰ ਲੀਡਰ ਨੇ, ਸਥਾਨਕ ਲੀਡਰ ਨੇ, ਵੱਡੇ ਲੀਡਰ ਨੇ, ਉਹਨਾਂ ਨੇ ਕੀ ਨਹੀਂ ਕਿਹਾ। ਅੱਤਵਾਦੀ, ਖਾਲਿਸਤਾਨੀ, ਸਪਾਂਸਰ, ਬੜੇ ਕਈ ਸ਼ਬਦ ਦਾ ਬੜੇ ਘਟੀਆ ਸ਼ਬਦ ਵਰਤੇ ਗਏ। ਸਾਡਾ ਦਿਲ ਨਹੀਂ ਕਰਦਾ ਉਹ ਸ਼ਬਦ ਦੁਹਰਾਉਣ ਨੂੰ। ਤੇ ਜਦੋਂ ਅੰਦੋਲਨ ਕਰ ਰਹੇ ਸੀ ਕਿਸਾਨ, ਆਪਣੇ ਹੱਕਾਂ ਦੇ ਲਈ ਲੜ ਰਹੇ ਸੀ, ਤੁਸੀਂ ਗੱਡੀਆਂ ਲੈ ਕੇ ਆ ਗਏ, ਆਪਣੇ ਗੱਡੀਆਂ ਦੇ ਟਾਇਰਾਂ ਦੇ ਹੇਠਾਂ ਕਿਸਾਨ ਦਰੜ ਦਿੱਤੇ। ਕਿੰਨੇ ਕਿਸਾਨਾਂ ਦੀ ਮੌਤ ਹੋ ਗਈ। 3 ਬੀਜੇਪੀ ਦੇ ਕਾਰਜਕਰਤਾ ਸੀ, ਉਹਨਾਂ ਦੀ ਮੌਤ ਹੋ ਗਈ। ਇੱਕ ਪੱਤਰਕਾਰ ਨੌਜਵਾਨ ਮੁੰਡਾ ਸੀ, ਉਹਦੀ ਮੌਤ ਹੋ ਗਈ। ਜਦੋਂ ਮੈਨੂੰ ਲੱਗਦਾ ਸੀ ਕਿ ਉਹ ਸ਼ੀਸ਼ਾ ਦਿਖਾ ਰਹੇ ਸੀ ਹਕੂਮਤ ਨੂੰ, ਭਾਵੇਂ ਰਾਜ ਕਰ ਚੁੱਕੀਆਂ ਹਕੂਮਤਾਂ ਹੋਣ ਜਾਂ ਜੋ ਰਾਜ ਕਰ ਰਹੀਆਂ ਹਕੂਮਤਾਂ ਹੋਣ, ਜਾਂ ਫਿਰ ਕੋਈ ਭਵਿੱਖ ਦੇ ਵਿੱਚ ਬੈਠਾ ਸੋਚੀ ਹੋਵੇ ਮੈਂ ਏਦਾਂ ਰਾਜ ਕਰਨਾ, ਦੇਖ ਕੇ ਉਹ ਸਿੱਖ ਰਿਹਾ ਹੋਵੇ, ਉਹਨਾਂ ਲਈ ਇਹ ਸ਼ੀਸ਼ਾ ਸੀ। ਜੀ ਡਾਕਟਰ ਸਾਹਿਬ। ਦੇਖੋ ਪੰਗੂ ਸਾਹਿਬ, ਕਾਫੀ ਦੇਰ ਤੋਂ ਸਾਡੀਆਂ ਸੰਸਥਾਵਾਂ ਜਿਹੜੀਆਂ ਸੀਗੀਆਂ ਸੰਵਿਧਾਨਕ ਸੰਸਥਾਵਾਂ, ਉਹ ਸਾਡੇ ਸੰਵਿਧਾਨ ਦੀ ਜਿੰਨੀ ਉਹਨਾਂ ਨੇ ਰਾਖੀ ਕਰਨੀ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਉਨੀਆਂ ਸਫਲ ਨਹੀਂ ਹੋ ਰਹੀਆਂ ਸੀ ਜਿੰਨੀਆਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਸੀ। ਉਹਦੇ ਤੇ ਕੋਈ 2 ਸਾਲ ਪਹਿਲਾਂ ਸੁਪਰੀਮ ਕੋਰਟ ਦੇ ਉੱਤੇ ਵੀ ਇਹੋ ਜਿਹੇ ਸਵਾਲ ਖੜੇ ਹੋ ਗਏ ਸੀ ਤੇ ਉਹ ਸਵਾਲ ਜ਼ਿਆਦਾ ਪੁਖਤਾ ਹੋ ਗਏ ਸੀ ਜਦ ਰੰਜਨ ਗੋਗੋਈ ਸਾਹਿਬ ਇਹੋ ਜਿਹੇ ਫੈਸਲੇ ਦੇ ਕੇ ਜਿਹੜੇ ਕੋਈ ਬਹੁਤੇ ਉਹ ਨਹੀਂ ਸੀਗੇ, ਲੋਕਾਂ ਨੂੰ ਪਸੰਦ ਆਏ ਤੇ ਰਾਜ ਸਭਾ ਦੀ ਸੀਟ ਲੈ ਗਏ ਸੀ। ਜਦ ਕਿ ਉਹਨਾਂ ਨੇ ਪਹਿਲਾਂ ਆਪ ਹੀ ਝੰਡਾ ਚੁੱਕਿਆ ਸੀ ਵੀ ਨਹੀਂ ਜੁਡੀਸ਼ਰੀ ਦੀਆਂ। ਹੁਣ ਜਿਹੜੇ ਚੀਫ ਜਸਟਿਸ ਸਾਹਿਬ ਨੇ, ਇਹਨਾਂ ਨੇ ਸਾਡੇ ਸੰਵਿਧਾਨ ਦੀ ਜਿਹੜੀ ਰੂਹ ਹੈ, ਜਿਹੜੀ ਕਹਿੰਦੀ ਹੈ ਕਿ ਹਰ ਇੱਕ ਨੂੰ ਬੋਲਣ ਦਾ ਅਧਿਕਾਰ ਹੈ, ਵਿਚਾਰ ਰੱਖਣ ਦਾ ਅਧਿਕਾਰ ਹੈ, ਇਕੁਐਲਿਟੀ, ਫਰਟਰਨਿਟੀ, ਲਿਬਰਟੀ, ਇਹ ਸੰਵਿਧਾਨ ਦਾ ਪ੍ਰੀਐਂਬਲ ਹੈ। ਯਾਨੀ ਕਿ ਇਹਦਾ ਸਾਡਾ ਜਿਹੜਾ ਇਹਨੂੰ ਮੁੱਦਾ ਵੀ ਸੰਵਿਧਾਨ ਹੈ ਕੀ ਸਾਡਾ। ਉਹਦੇ 'ਚ ਇਹੀ ਲਿਖਿਆ ਵੀ ਦੀ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇਹ ਸੰਵਿਧਾਨ ਦਿੰਦੇ ਹਾਂ। ਸੋ ਚੀਫ ਜਸਟਿਸ ਸਾਹਿਬ ਨੇ ਇਹਦੀ ਤਰਜਮਾਨੀ ਬੜੇ ਵਧੀਆ ਤਰੀਕੇ ਨਾਲ ਕਰੀ ਹੈ। ਮੈਂ ਕਹਾਂਗਾ ਇਹ ਸ਼ੁਭ ਸੰਕੇਤ ਹੈ। ਉਹ ਉੱਚ ਅਦਾਲਤ, ਸਰਵਉੱਚ ਅਦਾਲਤ ਦੇਸ਼ ਦੀ, ਜਿਹਦੇ ਮੁਖੀ ਉਹ ਇਹ ਜਦ ਗੱਲ ਕਹਿੰਦੇ ਨੇ ਤਾਂ ਉਹਦਾ ਇੱਕ ਮਤਲਬ ਹੈ, ਉਹਦਾ ਇੱਕ ਭਾਵ ਹੈ। ਸਰਕਾਰਾਂ ਉਹਨੂੰ ਕਿੰਨਾ ਕੁ ਮੰਨਦੀਆਂ ਨੇ, ਕਿੰਨਾ ਕੁ ਨਹੀਂ ਮੰਨਦੀਆਂ, ਕਿਵੇਂ ਦੇਖਦੀਆਂ, ਇਹ ਤਾਂ ਸਰਕਾਰਾਂ ਜਾਣਦੀਆਂ। ਪਰ ਜਿੱਥੋਂ ਤੱਕ ਸਵਾਲ ਹੈ, ਪਿਛਲੇ ਕੁਝ ਸਮੇਂ ਤੋਂ ਸਾਡੇ ਜਿਹੜੇ ਕੋਈ ਵੀ ਜਮਹੂਰੀ ਹੱਕ ਸੀਗੇ ਕਿਸੇ ਵੀ ਤਰ੍ਹਾਂ ਦੇ, ਚਾਹੇ ਉਹ ਪ੍ਰੋਟੈਸਟ ਕਰਨ ਦਾ ਸੀ, ਚਾਹੇ ਉਹ ਬੋਲਣ ਦਾ ਸੀ, ਚਾਹੇ ਉਹ ਲਿਖਣ ਦਾ ਸੀ, ਚਾਹੇ ਉਹ ਆਪਣਾ ਕੋਈ ਹੱਕ ਮੰਗਣ ਦਾ ਸੀ ਅਰਜੀ ਪਰਚੇ ਰਾਹੀਂ ਵੀ, ਚਾਹੇ ਕੋਈ ਸੂਚਨਾ ਮੰਗਣ ਦਾ ਸੀ, ਉਹਦੇ ਉੱਤੇ ਜਾਂ ਮਨੁੱਖੀ ਅਧਿਕਾਰ ਸੀ ਜਿਉਣ ਦਾ ਹੱਕ, ਉਹ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸੀ ਉਹ ਪਾਬੰਦੀ ਲਾਈ ਜਾਂਦੀ ਸੀ। ਉਹ ਹੱਕ ਖੋਹੇ ਜਾ ਰਹੇ ਸੀ, ਪਰ ਬੜੀ ਬੁਰੀ ਤਰ੍ਹਾਂ ਖੋਹੇ ਜਾ ਰਹੇ ਸੀ। ਜਿਵੇਂ ਤੁਸੀਂ ਕਈਆਂ ਉਦਾਹਰਨਾਂ ਦਿੱਤੀਆਂ ਨੇ ਕਿਸਾਨ ਅੰਦੋਲਨ ਦੀਆਂ, ਤਾਂ ਸਿੱਖ ਬਾਗ ਦੇ ਅੰਦੋਲਨ ਦਾ ਵੀ ਆਪਾਂ ਹਾਲ ਦੇਖਿਆ ਸੀ ਕੀ ਕਰਿਆ। ਸੋ ਜਿਹੜੀ ਕਾਰਜ ਕਰਨੀ ਸੀ, ਯਾਨੀ ਕਿ ਕੌਂਸਲ ਆਫ ਮਿਨਿਸਟਰਸ ਦੇ ਵਿੱਚ ਜਾਂ ਜਿਹੜੇ ਅਫਸਰਸ਼ਾਹੀ ਹੈ, ਉਹਨਾਂ ਨੇ ਕੁਛ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰੀ ਵੀ ਕਿਸੇ ਫਿਰਕੇ ਨੂੰ, ਕਿਸੇ ਜਾਤ ਨੂੰ ਅਸੀਂ ਨੀਵਾਂ ਦਿਖਾਈਏ, ਉੱਚਾ ਦਿਖਾਈਏ, ਉਹਨਾਂ ਪ੍ਰਤੀ ਅਪਸ਼ਬਦ ਬੋਲੀਏ। ਅਪਸ਼ਬਦ ਕਈ ਪਾਸਿਆਂ ਤੋਂ ਬੁਲਵਾਉਣੇ ਸ਼ੁਰੂ ਕਰਤੇ। ਇਸੇ ਤਰ੍ਹਾਂ ਜੇ ਕੋਈ ਮੀਡੀਆ ਵਾਲਾ ਜਿਹਨੂੰ ਬੋਲਣ ਦੀ ਆਜ਼ਾਦੀ ਸੀ, ਜੇ ਉਹ ਬੋਲਣ ਦੀ, ਉਹ ਜਨਤਾ ਹੀ ਹੈ, ਮੀਡੀਆ ਦਾ ਵੀ ਜਨਤਾ ਦਾ ਨੁਮਾਇੰਦਾ ਹੈ, ਉਹ ਬੋਲਦੇ ਸੀ ਤਾਂ ਉਹਨਾਂ ਦੇ ਵਿੱਚੋਂ ਵੀ ਜਿਹੜਾ ਵੀ ਪੱਤਰਕਾਰ ਨੂੰ ਹਟਾ ਦਿਓ, ਜਾਂ ਉਸ ਮੀਡੀਆ ਹਾਊਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੋ, ਜਾਂ ਉਹਦੇ ਉੱਤੇ ਕੇਸ ਕਰ ਦਿਓ। ਸੋ ਇਹੋ ਜਿਹੇ ਕਈ ਹੱਥਕੰਡੇ, ਇੱਦਾਂ ਹੀ ਕੋਈ ਸਿਆਸੀ ਲੀਡਰ ਵੀ ਜੇ ਬੋਲੇ ਉਹਦੇ ਉੱਤੇ ਈਡੀ ਦੇ ਛਾਪੇ ਮਰਵਾ ਦਿਓ, ਉਸਨੂੰ ਅੰਦਰ ਕਰ ਦਿਓ, ਕੇਸ ਰਲਾ। ਜੇ ਕੋਈ ਸਟੂਡੈਂਟ ਬੋਲਦੇ ਸੀ ਉਹਨਾਂ ਦੇ ਉੱਤੇ ਕੇਸ ਬਣਵਾ ਦਿਓ, ਅੱਤਵਾਦੀ ਕਹਿ ਦਿਓ। ਕੋਈ ਔਰਤਾਂ ਬੋਲਦੀਆਂ ਸੀ, ਜਿਹੜਾ ਵੀ ਬੋਲਦਾ ਸੀ, ਇੱਕ ਤੇ ਨਹੀਂ ਹੋਇਆ ਇਹ।
ਇਹ ਹਰ ਥਾਂ ਤੇ ਹੋਇਆ। ਬਲਕਿ ਮੈਂ ਕਹਾਂਗਾ ਕਿਸਾਨ ਅੰਦੋਲਨ ਨੇ ਤਾਂ, ਜਦ ਕਿਸਾਨ ਅੰਦੋਲਨ ਤੇ ਏਡੇ ਵੱਡੇ ਹਮਲੇ ਹੋਏ ਨੇ, ਏਡਾ ਵੱਡੇ ਘਾਤ ਲਗਾਈ ਗਈ ਹੈ, ਕਿਸਾਨ ਅੰਦੋਲਨ ਨੇ ਤਾਂ ਉਸ ਨੂੰ ਸਬਰ ਸੰਤੋਖ ਨਾਲ ਉਹਦਾ ਮੁਕਾਬਲਾ ਕੀਤਾ। ਆਈ ਨਹੀਂ, ਉਹਨਾਂ ਨੇ ਹਿੰਸਾ ਪੈਰਲਲ ਕਰੀ ਨਹੀਂ। ਸਰਕਾਰ ਨੇ ਕਿੱਡ ਗੱਡ ਤੇ ਆਪਾਂ ਨੂੰ ਪਤਾ ਹੀ ਹੈ, ਪਾਣੀ ਬੰਦ ਕਰਤਾ, ਨੈਟ ਬੰਦ ਕਰਤਾ, ਉੱਥੇ ਜਾਣਾ ਆਉਣਾ ਰਸਤੇ ਟੋਟਲ ਬੰਦ ਕਰਤੇ। ਰਸਤੇ ਬੰਦ ਆਪ ਕਰੇ ਤੇ ਸੁਪਰੀਮ ਕੋਰਟ 'ਚ ਪਟੀਸ਼ਨ ਇਹ ਪਵਾਤੀ ਕਿ ਜੀ ਇਹਨਾਂ ਨੇ ਰਸਤਾ ਬੰਦ ਕਰਿਆ ਹੋਇਆ, ਮੈਨੂੰ ਜਾਣਾ ਔਖਾ ਹੈ। ਮਤਲਬ ਹਰ ਪਾਸਿਓਂ, ਜਿਵੇਂ ਤੁਸੀਂ ਕਿਹਾ ਸੰਸਦ ਦੇ ਵਿੱਚ ਸਾਡੇ ਸਰਬਉੱਚ ਅਹੁਦਿਆਂ ਤੇ ਬੈਠੇ, ਚਾਹੇ ਉਹ ਸਾਡੇ ਕ੍ਰਿਸ਼ੀ ਮੰਤਰੀ ਸੀਗੇ, ਚਾਹੇ ਉਹ ਸਾਡੇ ਪ੍ਰਧਾਨ ਮੰਤਰੀ ਜੀ ਮਾਨਯੋਗ ਸੀਗੇ, ਤੇ ਉਹਨਾਂ ਨੇ ਕੁਛ ਇਹੋ ਜਿਹੀਆਂ ਗਲਤ ਬਿਆਨੀਆਂ ਵੀ ਕਰੀਆਂ ਜਿਹੜੀਆਂ ਕਿ ਸੱਚ ਨਹੀਂ ਸੀਗੀਆਂ। ਜੇ ਅਸੀਂ ਤੱਥਾਂ ਦੇ ਆਧਾਰ ਤੇ ਦੇਖੀਏ ਤਾਂ ਉਹ ਸੱਚ ਨਹੀਂ ਸੀਗੀਆਂ, ਪਰ ਉਹਨਾਂ ਨੂੰ ਕੋਈ ਵੀ ਕਹਿ ਸਕਦਾ ਹੈ। ਇਹ ਕਹਿਣਾ ਕਿ ਕਿਸਾਨ ਕੋਈ ਵੀ ਇਹਨਾਂ ਕਾਨੂੰਨਾਂ 'ਚ ਕੋਈ ਨੁਕਸ ਨਹੀਂ ਦਿਖਾ ਸਕੇ, ਤੇ ਫਿਰ ਹੁਣ ਕਾਨੂੰਨ ਰੱਦ ਕਰਨ ਦੀ ਗੱਲ ਕਿਉਂ ਕਰਨੀ ਪਈ ਹੈ ਵੀ ਜੇ ਨੁਕਸ ਹੀ ਨਹੀਂ? ਇਹਦਾ ਨੁਕਸ ਤਾਂ ਸੀਗੇ, ਪਰ ਉਦੋਂ ਮੀਟਿੰਗਾਂ 'ਚ ਉਹਨਾਂ ਨੇ ਮੰਨੇ ਵੀ ਨੇ, ਅਖਬਾਰਾਂ 'ਚ ਇਸ਼ਤਿਹਾਰ ਦਿੱਤੇ, ਪਰ ਫਿਰ ਵੀ ਕਹਿਤਾ ਵੀ ਕਿਸਾਨਾਂ ਨੇ ਤਾਂ ਕੋਈ ਨੁਕਸਾਨ ਦੱਸਿਆ ਹੀ ਨਹੀਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਇਹ ਜਮਹੂਰੀਅਤ ਨੂੰ ਅੱਗੇ ਨਹੀਂ ਵਧਾਉਂਦੀਆਂ। ਜਮਹੂਰੀਅਤ ਨੂੰ ਅੱਗੇ ਵਧਾਉਣ ਦਾ ਤਰੀਕਾ ਇਹੀ ਹੈ ਕਿ ਉਹਦੇ 'ਚ ਆਲੋਚਨਾ ਜ਼ਰੂਰੀ ਹੈ, ਔਰ ਕਈ ਵਾਰੀ ਆਲੋਚਨਾ ਨਜਾਇਜ਼ ਵੀ ਹੁੰਦੀ ਹੈ। ਮੈਂ ਇਹ ਨਹੀਂ ਕਹਿੰਦਾ ਹਮੇਸ਼ਾ ਆਲੋਚਨਾ ਜਾਇਜ਼ ਹੀ ਹੁੰਦੀ ਹੈ, ਪਰ ਉਹ ਆਲੋਚਨਾ ਦਾ ਫਾਇਦਾ ਇਹ ਹੁੰਦਾ ਹੈ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਕੋਈ ਸਾਡੇ ਤੋਂ ਗਲਤੀ ਹੋ ਰਹੀ ਹੈ, ਉਹ ਆਲੋਚਨਾ ਤੁਹਾਨੂੰ ਦੱਸ ਦਿੰਦੀ ਹੈ। ਆਲੋਚਨਾ ਤੁਹਾਡੇ ਅੱਖ, ਕੰਨ, ਨੱਕ, ਜ਼ੁਬਾਨ, ਇਹ ਆਲੋਚਨਾ ਦੇ ਰਾਹੀਂ ਤੁਹਾਨੂੰ ਪਤਾ ਲੱਗਦਾ ਹੈ ਵੀ ਭਾਈ ਅਸੀਂ ਕਿਤੇ ਗਲਤ ਤਾਂ ਨਹੀਂ ਹੋ ਰਹੇ। ਜੇ ਅਸੀਂ ਗਲਤ ਹੋ ਰਹੇ ਹੋਵਾਂਗੇ, ਅਸੀਂ ਆਪਣੇ ਆਪ ਨੂੰ ਸੋਧ ਕਰ ਲਾਂਗੇ। ਜੇ ਨਹੀਂ ਗਲਤ ਹੋ ਰਹੇ, ਕਰ ਲੈਣ ਦਿਓ ਆਲੋਚਨਾ, ਕਿਉਂਕਿ ਜੇ ਅਸੀਂ ਆਲੋਚਨਾ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੰਦੇ ਹਾਂ, ਜਾਣੀ ਕਿ ਉਹੀ ਜਨਤਾ ਦੀ ਆਵਾਜ਼ ਨੂੰ, ਜੇ ਅਸੀਂ ਜਨਤਾ ਦੀ ਆਵਾਜ਼ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੰਦੇ ਹਾਂ, ਤਾਂ ਫਿਰ ਸਾਡੇ ਕੋਲੇ ਜਿਹੜੀ ਸਹੀ ਆਲੋਚਨਾ ਉਹ ਵੀ ਨਹੀਂ ਪਹੁੰਚਣੀ, ਕਿਉਂਕਿ ਫਿਰ ਤਾਂ ਲੋਕ ਡਰ ਜਾਣਗੇ, ਚੁੱਪ ਕਰਕੇ ਬਹਿ ਜਾਣਗੇ। ਇੱਕ ਤਾਂ ਇਹ ਮਾੜਾ ਗੱਲ ਹੋਈ ਸੀ। ਇਹਦੇ ਉੱਤੇ ਜਿਹੜੇ ਸਾਡੇ ਮਾਨਯੋਗ ਚੀਫ ਜਸਟਿਸ ਸਾਹਿਬ ਨੇ, ਉਹਨਾਂ ਨੇ ਜੋ ਕਿਹਾ, ਇਹਦੇ ਉੱਤੇ ਇੱਕ ਕਿਸਮ ਦਾ ਹੌਸਲਾ ਮਿਲਿਆ ਉਹਨਾਂ ਸ਼ਕਤੀਆਂ ਨੂੰ ਜਿਹੜੀਆਂ ਸ਼ਕਤੀਆਂ ਸੱਚ ਉਜਾਗਰ ਕਰਨਾ ਚਾਹੁੰਦੀਆਂ ਨੇ, ਜਿਹੜੀਆਂ ਸ਼ਕਤੀਆਂ ਪਹਿਲਾਂ ਜ਼ਿਆਦਾ ਦਬਾਅ ਦੇ ਵਿੱਚ ਆਪਣੀ ਗੱਲ ਕਹਿੰਦੀਆਂ ਸੀ, ਕਿਉਂਕਿ ਸਰਕਾਰ ਨੂੰ ਇੱਕ ਕਿਸਮ ਦੀ ਚੁਣੌਤੀ ਦੇਣਾ ਉਹਦੀ ਗੱਲ ਨੂੰ ਕਾਫੀ ਔਖਾ ਹੁੰਦਾ ਹੈ। ਪਰ ਹੁਣ ਇਸ ਨਾਲ ਉਹਨਾਂ ਨੂੰ ਇੱਕ ਥੋੜ੍ਹਾ ਜਿਹਾ ਹੌਸਲਾ ਮਿਲੇ ਵੀ ਚਲੋ ਕੋਈ ਨਹੀਂ, ਕਿਤੇ ਤਾਂ ਸਾਨੂੰ ਇਨਸਾਫ ਮਿਲਣ ਦੀ ਆਸ ਹੋਈ ਹੈ, ਕਿਤੇ ਤਾਂ ਉਮੀਦ ਜਾਗੀ ਹੈ ਸਾਨੂੰ। ਇੱਕ ਤਾਂ ਇਹ ਫਾਇਦਾ। ਦੂਜਾ ਇਹ ਹੈ, ਉਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਜਿਹੜਾ ਇੱਥੇ ਹਕੂਮਤ ਹੈ, ਉਹ ਹਕੂਮਤ ਚੱਲ ਕਾਹਦੇ ਵਾਸਤੇ ਰਹੀ ਹੈ? ਇਹ ਹਕੂਮਤ ਇਸ ਵਾਸਤੇ ਚੱਲ ਰਹੀ ਹੈ ਕਿਸੇ ਅੰਬਾਨੀ ਅਡਾਨੀ ਦਾ ਘਰ ਭਰਨਾ ਹੈ? ਇਹ ਹਕੂਮਤ ਇਸ ਵਾਸਤੇ ਚੱਲ ਰਹੀ ਹੈ ਵੀ ਲੋਕਾਂ ਨੂੰ ਡੰਡਿਆਂ ਨਾਲ ਹੀ ਕੁੱਟਣਾ ਹੈ? ਇਹ ਹਕੂਮਤ ਇਸ ਵਾਸਤੇ ਚੱਲ ਰਹੀ ਹੈ ਵੀ ਲੋਕਾਂ ਤੇ ਗੋਲੀਆਂ ਚਲਾਉਣੀਆਂ ਨੇ? ਇਹ ਹਕੂਮਤ ਇਸ ਵਾਸਤੇ ਚੱਲ ਰਹੀ ਹੈ ਕਿ ਲੋਕਾਂ ਦੇ ਰਸਤੇ ਰੋਕਣੇ ਨੇ? ਮੰਨ ਲਓ ਘਰ 'ਚ ਜਿਵੇਂ ਕੋਈ ਬੱਚਾ ਕਈ ਵਾਰ ਨਜਾਇਜ਼ ਵੀ ਰੌਲਾ ਪਾਉਣ ਲੱਗ ਜਾਂਦਾ, ਤੇ ਫਿਰ ਆਪਾਂ ਉਹਦਾ ਗਲ ਕੱਟ ਦਿੰਦੇ ਹਾਂ ਕਿਤੇ, ਫਿਰ ਆਪਾਂ ਉਹਦੀ ਰੋਟੀ ਪਾਣੀ ਬੰਦ ਕਰ ਦਿੰਦੇ ਹਾਂ। ਜੇ ਆਪਾਂ ਇਹ ਕਰਦੇ ਹਾਂ ਫਿਰ ਤਾਂ ਆਪਾਂ ਮਾਪੇ ਬਣੇ ਨਾ। ਇਸੇ ਤਰ੍ਹਾਂ ਹੀ ਦੇਸ਼ ਦੇ ਵਿੱਚ ਵੀ ਕੁਝ ਸ਼ਕਤੀਆਂ ਐਸੀਆਂ ਹੁੰਦੀਆਂ ਨੇ ਜਿਹੜੇ ਸਾਨੂੰ ਲੱਗਦਾ ਹੈ, ਫਿਰ ਅਗਲੀ ਗੱਲ ਮਤਭੇਦ ਵੀ ਹੋ ਸਕਦਾ ਹੈ। ਹੋ ਸਕਦਾ ਹੈ ਜਿਹੜਾ ਕਹਿਣ ਵਾਲਾ ਹੈ, ਆਲੋਚਨਾ ਕਰਨ ਵਾਲਾ, ਉਹ ਆਪਣੇ ਆਪ ਨੂੰ ਠੀਕ ਸਮਝਦਾ ਹੈ, ਜਿਹੜਾ ਹੁਕਮਰਾਨ ਹੈ ਉਹ ਆਪਣੇ ਆਪ ਨੂੰ ਠੀਕ ਸਮਝਦਾ ਹੈ। ਫਿਰ ਇਹ ਹੁਕਮਰਾਨ ਤੇ ਆਲੋਚਕ ਦੇ ਵਿਚਾਲੇ ਝਗੜਾ ਪੈ ਜੂ, ਉਦੋਂ ਤਾਂ ਅਦਾਲਤ ਹੀ ਹੱਲ ਕਰੂਗੀ ਨਾ ਵੀ ਕੌਣ ਠੀਕ ਹੈ ਕੌਣ ਗਲਤ ਹੈ। ਇਹ ਅਦਾਲਤ 'ਚ ਜਾਣ ਹੀ ਨਹੀਂ ਦਿੰਦੇ ਸੀ, ਉਹਨੂੰ ਫੜ ਕੇ ਅੰਦਰ ਕਰ ਦੋ UAPA ਦੇ ਅੰਦਰ, ਤੇ ਉਹਦੀ ਤਾਂ ਜ਼ਮਾਨਤ ਵੀ ਨਹੀਂ ਹੋਣੀ, ਉਹ ਤਾਂ ਅਦਾਲਤ ਜ਼ਮਾਨਤ ਦੀ ਅਰਜ਼ੀ ਹੀ ਨਹੀਂ ਦੇ ਸਕਦਾ। ਸੋ ਇਹ ਜਿਹੜਾ ਤੌਰ ਤਰੀਕਾ ਸਾਡੇ ਸ਼ੁਰੂ ਹੋ ਗਿਆ ਸੀ, ਇਹ ਸਾਡੇ ਦੇਸ਼ ਦੀ ਜਮਹੂਰੀਅਤ ਵਾਸਤੇ ਬਹੁਤ ਵੱਡਾ ਖਤਰਾ ਬਣ ਗਿਆ ਸੀ। ਇਹ ਇੱਕ ਅਧਿਕਾਰਵਾਦ ਦਾ ਸਬੂਤ ਬਣਦਾ ਜਾ ਰਿਹਾ ਸੀ। ਇਹਦੇ ਵਿੱਚ ਜਿਹੜੇ ਮੌਜੂਦਾ ਮੁੱਖ ਨਿਆਇਧੀਸ਼ ਨੇ, ਮੈਂ ਕਹਾਂਗਾ ਚੀਫ ਜਸਟਿਸ ਸਾਹਿਬ ਨੇ, ਰਮन्ना ਸਾਹਿਬ, ਇਹਨਾਂ ਨੇ ਬਹੁਤ ਹੀ ਇੱਕ ਵੱਡਾ ਮੋੜਾ ਦਿੱਤਾ ਹੈ, ਔਰ ਇਸ 'ਚ ਬਹੁਤ ਵੱਡੀ ਜੁਰਤ ਦੀ ਲੋੜ ਹੈ। ਹਾਲਾਂਕਿ ਉਹਨਾਂ ਕੋਲ ਬਹੁਤ ਵੱਡੀ ਤਾਕਤ ਹੈ, ਚੀਫ ਜਸਟਿਸ ਆਫ ਇੰਡੀਆ, ਇਹ ਇਹ ਬਹੁਤ ਹੀ ਵੱਡੀ ਤਾਕਤ ਹੈ, ਕੋਈ ਅੰਦਾਜ਼ੇ ਨਹੀਂ ਲਾਉਂਦੇ। ਸੈਸ਼ਨ ਜੱਜ ਕੋਲ ਬਹੁਤ ਤਾਕਤ ਹੁੰਦੀ ਹੈ, ਉਹ ਤਾਂ ਚੀਫ ਜਸਟਿਸ ਆਫ ਇੰਡੀਆ ਨੇ। ਸੋ ਇਸ ਕਰਕੇ ਉਹ ਜਿਹੜੀ ਤਾਕਤ ਦੀ ਵਰਤੋਂ ਉਹਨਾਂ ਨੇ ਕਰਨੀ ਸ਼ੁਰੂ ਕਰੀ ਹੈ ਵੀ ਨਹੀਂ, ਸਾਡੀ ਵੀ ਡਿਊਟੀ ਹੈ, ਸੰਵਿਧਾਨਕ ਤੌਰ ਤੇ ਡਿਊਟੀ, ਅਸੀਂ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਬਚਾਈਏ। ਜੇ ਸਰਕਾਰ ਗਲਤੀ ਕਰਦੀ ਹੈ, ਐਗਜ਼ੈਕਟਿਵ ਯਾਨੀ ਕਿ ਕਾਰਜ ਕਰਨੀ, ਤਾਂ ਉਹਦੇ ਤੇ ਪਹਿਰਾ ਹੀ ਸੁਪਰੀਮ ਕੋਰਟ ਨੇ ਦੇਣਾ। ਉਹਦੀਆਂ ਗਲਤੀਆਂ ਨੂੰ ਰੱਦ ਕਰਨਾ ਵੀ ਤੁਸੀਂ ਆਹ ਕਰਿਆ, ਇਹ ਗਲਤ ਹੈ, ਇਹ ਨਹੀਂ ਹੋ ਸਕਦਾ, ਚਲੋ ਉਹਨੂੰ ਰੱਦ ਕਰ ਦਿਓ, ਉਹਦੇ ਕਾਨੂੰਨ ਬਣਾਏ ਨੂੰ, ਉਹਦੇ ਹੁਕਮ ਨੂੰ। ਸੋ ਇਹ ਜਿਹੜਾ ਕੰਮ ਹੈ, ਇਹ ਸੁਪਰੀਮ ਨਿਆਇਕ ਜਿਹੜੀਆਂ ਸਾਡੀਆਂ ਪ੍ਰਣਾਲੀਆਂ, ਨਿਆਂ ਪ੍ਰਣਾਲੀ, ਨਿਆਇਕ ਅਦਾਲਤਾਂ ਨੇ ਜਿਹੜੀਆਂ ਸਾਡੀਆਂ, ਉਹਨਾਂ ਨੇ ਕਰਨਾ ਹੁੰਦਾ ਹੈ। ਤੇ ਮੈਨੂੰ ਲੱਗਦਾ ਹੈ ਪਿੱਛੇ ਕਿਤੇ ਨਾ ਕਿਤੇ ਕੁਛ ਨਾ ਕੁਛ ਉਹਦੇ 'ਚ ਕਮਜ਼ੋਰੀ ਆਈ ਸੀ। ਹੁਣ ਉਹ ਮੁੜ ਕੇ ਆਪਣੀ ਤਾਕਤ ਫੜ ਰਹੀਆਂ ਨੇ, ਜਿਹਦੇ ਨਾਲ
ਮੈਨੂੰ ਇਸ ਕਹਿਣ 'ਚ ਕੋਈ ਝਿਜਕ ਨਹੀਂ ਵੀ ਸਾਡੇ ਦੇਸ਼ ਦੀ ਪ੍ਰਭੂ ਸੱਤਾ ਵੀ ਬਚੇਗੀ। ਸਾਡੇ ਦੇਸ਼ ਦਾ ਜਿਹੜਾ ਹੈ ਅਗਲੀ ਪੀੜ੍ਹੀ, ਉਹਨੂੰ ਇਨਸਾਨੀਅਤ ਦੀ ਵੀ ਗੱਲ ਸਮਝ ਆਏਗੀ, ਬੋਲਣ ਦੀ ਵੀ ਗੱਲ ਸਮਝ ਆਏਗੀ, ਵਿਚਾਰ ਰੱਖਣ ਦੀ ਆਜ਼ਾਦੀ ਵੀ ਮਿਲੇਗੀ ਔਰ ਉਹਦਾ ਜਿਹੜੀ ਹੈਗੀ ਹੈ ਸ਼ਖਸੀਅਤ ਦਾ ਵਿਕਾਸ ਵੀ ਹੋਏਗਾ। ਤੇ ਲੋਕਾਂ ਦੇ ਜਮਹੂਰੀ ਹੱਕ ਮਿਲਣ ਕਰਕੇ ਜਿਹੜੀ ਬੇਇਨਸਾਫੀ ਹੋ ਰਹੀ ਹੈ, ਜਿਹੜੀ ਲੁੱਟ ਹੋ ਰਹੀ ਹੈ, ਜਿਹੜੀ ਠੱਗੀ ਹੋ ਰਹੀ ਹੈ, ਉਹਨੂੰ ਵੀ ਕਿਤੇ ਨਾ ਕਿਤੇ ਜਰਬ ਆਏਗੀ, ਉਹਦੇ ਉੱਤੇ ਵੀ ਕੋਈ ਸੱਟ ਵੱਜੀ। ਜੀ। ਡਾਕਟਰ ਸਾਹਿਬ, ਜਦੋਂ ਕਿਸੇ ਵਿਅਕਤੀ ਵਿਸ਼ੇਸ਼ ਕੋਲ ਰਾਜਨੀਤਿਕ ਪਾਵਰ ਆ ਜਾਂਦੀ ਹੈ, ਭਾਵੇਂ ਐਮਐਲਏ ਲੈਵਲ ਦੀ ਹੋਵੇ, ਮੈਂਬਰ ਆਫ ਪਾਰਲੀਮੈਂਟ ਉਹ ਵਿਅਕਤੀ ਬਣ ਗਿਆ ਹੋਵੇ, ਤਾਂ ਸਾਰੇ ਤਾਂ ਨਹੀਂ ਚਲੋ ਚੰਗੇ ਵੀ ਹੋਣਗੇ, ਪਰ ਜ਼ਿਆਦਾਤਰ ਇਹ ਮਾਨਸਿਕਤਾ ਕਿਉਂ ਹੈ ਤੇ ਇਸ ਦਾ ਹੱਲ ਕੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ? ਉਹ ਮਾਨਸਿਕਤਾ ਇਹ ਹੈ ਕਿ ਅਸੀਂ ਕੁਛ ਵੀ ਕਰ ਲਈਏ, ਜੋ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਅਸੀਂ ਕੁਛ ਵੀ ਕਰ ਲਈਏ, ਸਾਨੂੰ ਸਭ ਮਾਫ਼ ਹੈ। ਹੁਣ ਤਾਂ ਇਹ ਵੱਧ ਕੇ ਇਸ ਗੱਲ ਤੇ ਵੀ ਆਪਾਂ ਕਿੰਨੀ ਘਟਨਾਵਾਂ 'ਚ ਦੇਖ ਚੁੱਕੇ ਹਾਂ ਕਿ ਉਹ ਮਤਲਬ ਜਾਨ ਲੈਣ ਤੱਕ ਵੀ ਚਲੇ ਗਏ। ਉਹਨਾਂ ਨੂੰ ਇਸ ਗੱਲ ਦਾ ਡਰ ਨਹੀਂ। ਇਸ ਗੱਲ ਦੇ ਉੱਤੇ, ਇਸ ਉਹਨਾਂ ਦੇ ਗਲਬੇ ਦੇ ਉੱਤੇ ਕਿਵੇਂ ਕੰਟਰੋਲ ਪਾਇਆ ਜਾ ਸਕਦਾ, ਜੋ ਜਨਤਾ ਦੇਸ਼ ਦੀ ਨਿਜ਼ਾਤ ਕਿਵੇਂ ਦਵਾਈ ਜਾ ਸਕਦੀ ਹੈ ਇਸ ਪੋਲੀਟੀਕਲ ਤਾਕਤ ਦਾ, ਉਹ ਤਾਕਤ ਜੋ ਨਜਾਇਜ਼ ਤੌਰ ਤੇ ਡੰਡੇ ਦੀ ਤਾਕਤ ਵਰਤੀ ਜਾ ਰਹੀ ਹੈ ਲੋਕਾਂ ਦੇ ਉੱਤੇ? ਡਾਕਟਰ ਸਾਹਿਬ, ਬਿਲਕੁਲ ਠੀਕ ਹੈ ਭੰਗੂ ਜੀ ਤੁਸੀਂ, ਪਰ ਇਹ ਸਾਡੀ ਆਜ਼ਾਦੀ ਦੀ ਲੜਾਈ 'ਚੋਂ ਜੇ ਅਸੀਂ ਵਿਜ਼ਿਟ ਕਰੀਏ, ਉੱਥੇ ਨੂੰ ਮੁੜ ਕੇ ਝਾਤ ਮਾਰੀਏ, ਤਾਂ ਸਾਨੂੰ ਪਤਾ ਲੱਗੂ ਵੀ ਉਦੋਂ ਵੀ ਇੱਕ ਐਸੀ ਤਾਕਤ ਸੀ ਜਿਹੜੀ ਜਲਿਆਂਵਾਲੇ ਬਾਗ 'ਚ ਗੋਲੀ ਚਲਾ ਦਿੰਦੀ ਹੈ, ਜਾਂ ਜਿਹੜੀ ਗੁੰਡਿਆਂ ਨੂੰ ਰਲਾ ਕੇ ਮੰਤ ਨਰੈਣ ਨੇ ਨਾਲ ਰਲ ਕੇ ਤੇ ਉੱਥੇ ਮਰਵਾ ਦਿੰਦੀ ਹੈ ਭਾਈ ਧਾਰੋਵਾਲੀ, ਜਿਹਨੂੰ ਆਪਣੇ ਲਛਮਣ ਸਿੰਘ ਧਾਰੋਵਾਲੀ ਤੇ 200 ਸਿੰਘਾਂ ਨੂੰ ਸ਼ਹੀਦ ਕਰ ਦਿੰਦੀ ਹੈ। ਗੱਡੀ ਚੜਾ ਦਿੰਦੀ ਹੈ ਪੰਜਾ ਸਾਹਿਬ ਦੇ ਵਿੱਚ, ਹਸਨ ਅਬਦਾਦ ਦੇ ਵਿੱਚ, ਜਿਹੜੀ ਜੈਤੋ ਦੇ ਗੰਗਸਰ ਦੇ ਮੋਰਚੇ ਦੇ ਵਿੱਚ ਗੋਲੀਆਂ ਮਾਰ ਦਿੰਦੀ ਹੈ, ਜਿਹੜੀ ਕੁੱਕਿਆਂ ਨੂੰ ਸ਼ਹੀਦ ਕਰਨੀ ਹੈ। ਇਹੋ ਜਿਹੀ ਤਾਕਤ ਉਦੋਂ ਵੀ ਸੀ, ਉਹਦਾ ਅਸੀਂ ਮੁਕਾਬਲਾ ਕਰਿਆ। ਉਹਦਾ ਮੁਕਾਬਲਾ ਕਦੇ ਨਾ ਕਰਿਆ ਇੱਕ ਸ਼ਾਂਤਮਈ ਅੰਦੋਲਨ ਦੇ ਨਾਲ। ਅਸਲ ਦੇ ਵਿੱਚ ਜਿਹੜੇ ਲੋਕਾਂ ਕੋਲ ਤਾਕਤ ਰਹਿ ਜਾਂਦੀ ਹੈ, ਜਾਂ ਚੁਣਿਆ ਹੋਇਆ ਬੇਬਸ ਹੋ ਜੇ, ਉਹਨਾਂ ਤੋਂ ਬਾਹਰ ਨਿਕਲ ਜੇ ਉਹਨਾਂ ਦੀ ਤਾਕਤ ਚੋਂ, ਤੇ ਉਹ ਆਪਣੀ ਮਨਮਾਨੀ ਕਰਨ ਲੱਗ ਜੇ। ਉਹ ਕਹਿੰਦੇ ਨੇ ਵੀ ਜਿਹੜੀ ਸ਼ਕਤੀ ਆ ਉਹ ਬੰਦੇ ਦਾ ਦਿਮਾਗ ਘੁਮਾ ਦਿੰਦੀ ਹੈ, ਤੇ ਜਿਹੜੀ ਪੂਰੀ ਸ਼ਕਤੀ ਹੈ ਉਹ ਪੂਰੇ ਘੁਮਾ ਦਿੰਦੇ, ਉਹਨੂੰ ਪਾਗਲ ਹੀ ਬਣਾ ਦਿੰਦੀ ਹੈ। ਇਸ ਤਾਕਤ ਦੇ ਨਸ਼ੇ 'ਚ ਚੂਰ, ਜਿਹਨੂੰ ਆਪਾਂ ਕਹਿੰਦੇ ਹਾਂ, ਪੋਸਟ ਹੋ ਗਏ ਧਨ ਤੇ ਬਾਹੂਬਲ, ਇਹ ਦੋਹਾਂ ਦੀ ਰਾਜਨੀਤੀ ਕਰਦੇ ਨੇ। ਇਹ ਬੰਦਿਆਂ ਵਾਲੀ ਡੈਮੋਕ੍ਰੇਸੀ ਦਾ ਕੋਈ ਹੈ ਨਹੀਂ ਮਤਲਬ ਇੱਥੇ। ਤੇ ਇਹਦੇ ਵਿੱਚ ਫਿਰ ਰਹਿ ਕੀ ਜਾਂਦਾ ਰਸਤਾ, ਜੋ ਤੁਸੀਂ ਪੁੱਛਿਆ ਵੀ ਰਸਤਾ ਕੀ ਹੈ ਫਿਰ ਜੇ ਇਹੋ ਕੁਝ ਹੋ ਗਿਆ? ਰਸਤਾ ਇਹ ਹੈ ਕਿ ਇੱਕ ਪਾਸੇ ਤਾਂ ਜਿਹੜੇ ਸਾਡੇ ਸੰਵਿਧਾਨਕ ਅਦਾਰੇ ਨੇ, ਜਿਵੇਂ ਕਿ ਆਪਾਂ ਚੀਫ ਜਸਟਿਸ ਸਾਹਿਬ ਦੀ ਗੱਲ ਕਰੀ ਹੈ, ਉਹਨਾਂ ਨੇ ਸ਼ੁਰੂ ਕਰੀ ਹੈ ਗੱਲ ਆਪਣੀ ਕਹਿਣੀ। ਦੂਜੇ ਪਾਸੇ ਜਨਤਾ ਹੈ। ਜਨਤਾ ਨੇ, ਜਿਵੇਂ ਕਿਸਾਨ ਅੰਦੋਲਨ ਦੀ ਆਪਾਂ ਗੱਲ ਕਰੀਏ, ਈਵਨ ਸ਼ਹੀਨ ਬਾਗ ਦੇ ਅੰਦੋਲਨ ਦੀ ਮੈਂ ਕਰਾਂਗਾ, ਜੇਐਨਯੂ ਵਗੈਰਾ ਜਿਹੜੀਆਂ ਯੂਨੀਵਰਸਿਟੀਆਂ 'ਚ ਹੜਤਾਲਾਂ ਹੋਈਆਂ ਜਾਂ ਹੋਰ ਹੋਈਆਂ, ਜਾਂ ਸੂਬਾ ਸਰਕਾਰਾਂ ਦੇ ਖਿਲਾਫ ਜਿਹੜੇ ਮੁਜ਼ਾਹਰੇ ਵਗੈਰਾ ਹੁੰਦੇ ਨੇ, ਇਹ ਇੱਕ ਤੌਰ ਤਰੀਕਾ ਹੈ ਉਸ ਹੁਕਮਰਾਨ ਨੂੰ ਇਹ ਦੱਸਣ ਦਾ ਵੀ ਨਾ, ਤੂੰ ਆਪਣੀ ਮਰਜ਼ੀ ਨਹੀਂ ਕਰ ਸਕਦਾ, ਤੂੰ ਐਂ ਨਹੀਂ ਕਰ ਸਕਦਾ, ਤੂੰ ਸਾਡਾ ਰਸਤਾ ਨਹੀਂ ਰੋਕ ਸਕਦਾ। ਕਿਤੇ ਹੁਕਮਰਾਨ ਸਖਤ ਹੋ ਕੇ ਸਖਤ ਵੀ ਹੁੰਦਾ, ਕਿਤੇ ਲੋਕ ਸਖਤ ਹੁੰਦੇ ਨੇ। ਇਹ ਕਿਸਾਨ ਅੰਦੋਲਨ ਦੇ ਵਿੱਚ ਹੁਕਮਰਾਨ ਨੇ ਆਪਦਾ ਤਸ਼ੱਦਦ ਕਰਕੇ, ਗੈਰ ਸੰਵਿਧਾਨਕ ਕਾਰਵਾਈਆਂ ਕਰਕੇ, ਗੈਰ ਪ੍ਰਸ਼ਾਸਨਿਕ ਕਾਰਵਾਈਆਂ ਕਰਕੇ, ਗੈਰ ਕਾਨੂੰਨੀ ਕਾਰਵਾਈਆਂ ਕਰਕੇ, ਕਤਲੋਗਾਰਤ ਕਰਕੇ, ਮੈਂ ਕਹਾਂਗਾ ਭੰਡੀ ਪ੍ਰਚਾਰ ਕਰਕੇ ਜ਼ੋਰ ਲਗਾ ਲਿਆ। ਇਹਦੇ ਬਾਵਜੂਦ ਕਿਸਾਨ ਅੰਦੋਲਨ ਦੇ ਵਿੱਚੋਂ ਨਾ ਤਾਂ ਉਹਨਾਂ ਨੇ ਆਪਦਾ ਸ਼ਾਂਤੀ ਦਾ ਰਸਤਾ ਛੱਡਿਆ, ਨਾ ਉਹਨਾਂ ਨੇ ਅਹਿੰਸਾ ਦਾ ਰਸਤਾ ਛੱਡਿਆ, ਉਹ ਹਿੰਸਕ ਨਹੀਂ ਹੋਏ, ਨਾ ਉਹਨਾਂ ਨੇ ਆਪਦੀ ਬੋਲਬਾਣੀ ਮਾੜੀ ਬਣਾਈ। ਇਹਨਾਂ ਨੇ ਤਾਂ ਬੋਲਬਾਣੀ ਬਹੁਤ ਮਾੜੀ ਬਣਾਈ ਹੈ। ਉਹਨਾਂ ਨੇ ਉਹਦਾ ਜਵਾਬ ਬੜੇ ਠਰਮੇ ਨਾਲ, ਬੜੀ ਸ਼ਾਂਤੀ ਨਾਲ, ਬੜੇ ਸਭ्य ਸ਼ਬਦਾਂ 'ਚ ਦਿੱਤਾ ਹੈ। ਉਸੇ ਕਰਕੇ ਉਹਨਾਂ ਦੀ ਜਿੱਤ ਹੋਈ ਹੈ। ਮੈਂ ਕਹਾਂਗਾ ਜਿੰਨੀ ਵੀ ਜਿੱਤ ਹੋਈ ਹੈ ਉਸੇ ਕਰਕੇ ਹੋਈ ਹੈ। ਸੋ ਇਸ ਕਰਕੇ ਜਿਹੜਾ ਹੈ ਲੋਕਾਂ ਦਾ ਜਿਹੜਾ ਇੱਕ ਹੈ ਕਿਸਾਨ ਅੰਦੋਲਨ ਇੱਕ ਮੁੱਢ ਵਜਤਾ ਪੂਰੇ ਮੁਲਕ। ਅੱਜ ਕਿਉਂ ਟਕੈਤ ਸਾਹਿਬ ਕਹਿ ਰਹੇ ਨੇ, ਕਿੱਥੇ ਲੋਕਾਂ ਨੂੰ ਲੱਗਦਾ ਸੀ 3 ਕਾਨੂੰਨ, ਯਾਰ 3 ਕਾਨੂੰਨ ਵਾਪਸੀ ਤਾਂ ਬਹੁਤ ਵੱਡੀ ਪ੍ਰਾਪਤੀ ਹੋ। ਅੱਜ ਉਹ ਕਹਿੰਦੇ ਕੋਈ ਗੱਲ ਨਹੀਂ, ਅਜੇ ਨੋਟੀਫਿਕੇਸ਼ਨ ਹੋ ਰਹੇ ਨੇ, ਅਪਰਾਧ ਤੇ ਜਿਹੜੇ ਹੋਰ ਪਿਆ ਉਹਦਾ ਵੀ ਤਾਂ ਮਸਲਾ ਹੱਲ ਕਰਨਾ। ਉਹ ਤਾਕਤ ਕਿੱਥੋਂ ਆਈ ਹੈ? ਉਹ ਤਾਕਤ ਇੱਥੋਂ ਆਈ ਹੈ ਕਿ ਇੱਕ ਪਾਸੇ ਐਲਾਨ ਹੋ ਰਿਹਾ ਹੈ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਕਿ ਮੈਂ ਫੈਸਲਾ ਕਰ ਲਿਆ ਕਿ 3 ਕਾਨੂੰਨ ਰਿਪੀਲ ਕਰੇ ਜਾਣਗੇ, ਤੇ ਅਸੀਂ ਸੰਸਦ ਦੇ ਵਿੱਚ ਇਹ ਲੈ ਆਵਾਂਗੇ ਕਾਨੂੰਨ ਇਹਨਾਂ ਨੂੰ ਰਿਪੀਲ ਕਰਨ ਦਾ। ਦੂਜੇ ਪਾਸੇ ਨਾਲ ਕਮੇਟੀ ਬਣਾਵਾਂਗੇ, ਜੋ ਵੀ ਕਿਹਾ। ਦੂਜੇ ਪਾਸੇ 22 ਤਰੀਕ ਨੂੰ ਜਿਹੜੀ ਕਿਸਾਨ ਮਹਾਪੰਚਾਇਤ ਰੱਖੀ ਸੀ, ਉਹ ਫਿਰ ਹੁੰਦੀ ਹੈ ਲਖਨਊ ਦੇ ਵਿੱਚ। ਉੱਥੇ ਫਿਰ ਸਾਰੇ ਇਕੱਠੇ ਹੁੰਦੇ ਨੇ। ਉੱਥੇ ਰਾਜੇਵਾਲ ਸਾਹਿਬ ਨੇ, ਦਰਸ਼ਨਪਾਲ ਜੀ ਨੇ, ਉੱਥੇ ਆਪਣੇ ਉਗਰਾਹਾਂ ਸਾਹਿਬ ਨੇ, ਟਕੈਤ ਸਾਹਿਬ ਤਾਂ ਹੈਗੇ ਨੇ, ਉਹ ਬੋਲਦੇ ਨੇ ਉੱਥੇ, ਔਰ ਡਟ ਕੇ ਬੋਲਦੇ ਨੇ ਸਾਰੇ ਲੀਡਰ ਸੰਯੁਕਤ ਕਿਸਾਨ ਮੋਰਚੇ ਦੇ। ਸੋ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਜਿਹੜੀ ਤਾਕਤ ਆਉਂਦੀ ਹੈ, ਇਹ ਆਉਂਦੀ ਹੈ ਲੋਕ ਘੋਲਾਂ ਚੋਂ। ਇਹ ਘਰ ਬੈਠ ਕੇ ਨਹੀਂ ਆਉਂਦੀ, ਇਹ ਪੜ੍ਹਾਈ ਕਰਕੇ ਨਹੀਂ ਆਉਂਦੀ, ਇਹ ਉਹਦੇ ਨਾਲ ਨਹੀਂ ਆਉਂਦੀ। ਇਹ ਆਉਂਦੀ ਹੈ ਇੱਕ
ਤੁਹਾਡੀ ਅੰਦਰੂਨੀ ਸ਼ਕਤੀ ਜਿਹੜੀ ਆ ਵੀ ਕੋਈ ਗੱਲ ਨਹੀਂ ਕੁਰਬਾਨੀ ਦੇਣ ਨੂੰ ਤਿਆਰ ਹੈ ਇੱਕ ਤਾਂ ਮੈਂ, ਇੱਕ ਲੋਕਾਂ ਨੂੰ ਇਕੱਠੇ ਕਰਕੇ, ਇੱਕ ਵਿਅਕਤੀਗਤ ਉਸ ਨਾਲ ਨਹੀਂ ਆਉਂਦੀ। ਵਿਅਕਤੀਗਤ ਬਹਾਦਰ ਬਹੁਤ ਹੁੰਦੇ ਨੇ, ਕਈ ਵਾਰ ਉਹ ਆਪਣੀ ਜਾਨ ਵੀ ਦੇ ਦਿੰਦੇ ਨੇ, ਸ਼ਹੀਦੀ ਵੀ ਪਾ ਜਾਂਦੇ ਨੇ, ਪਰ ਕਦੀ ਵਿਅਕਤੀਗਤ ਉਸ ਨਾਲ ਨਹੀਂ ਆਉਂਦੀ ਜਦ ਤੱਕ ਤੁਸੀਂ ਲੋਕਾਂ ਦਾ ਸਮੂਹ ਬਣਾ ਕੇ ਅੱਗੇ ਨਹੀਂ ਤੁਰਦੇ। ਸੋ ਹੁਣ ਮੈਨੂੰ ਐਂ ਲੱਗਦਾ ਹੈ ਵੀ ਲੋਕਾਂ ਨੂੰ, ਚਾਹੇ ਉਹ ਪਿੰਡ ਪੱਧਰ ਤੇ ਹੈ, ਚਾਹੇ ਉਹ ਵਾਰਡ ਪੱਧਰ ਤੇ ਹੈ ਸ਼ਹਿਰ ਦੇ ਵਿੱਚ, ਚਾਹੇ ਉਹ ਕਿਸੇ ਨਗਰ ਪੱਧਰ ਤੇ ਹੈ, ਚਾਹੇ ਕਿਸੇ ਜ਼ਿਲ੍ਹੇ ਪੱਧਰ ਤੇ ਜਾਂ ਸੂਬੇ ਪੱਧਰ ਤੇ ਹੈ, ਜਿੱਥੇ ਵੀ ਕਾਰਜ ਕਰਨੀ ਧੱਕਾ ਕਰਦੀ ਹੈ ਉਹਦੇ ਖਿਲਾਫ ਲੋਕਾਂ ਨੂੰ ਆਪਦੇ ਸਮੂਹ ਬਣਾ ਕੇ ਉਹਨਾਂ ਨੂੰ ਪ੍ਰਸ਼ਨ ਵੀ ਕਰਨੇ ਪੈਣਗੇ ਔਰ ਉਹਨਾਂ ਦੇ ਵਿਰੁੱਧ ਅੰਦੋਲਨ ਵੀ ਕਰਨਾ ਪਏਗਾ। ਤਾਂ ਹੀ ਇਹ ਦੇਸ਼ ਬਚੇਗਾ, ਇਹਦੀ ਏਕਤਾ ਬਚੇਗੀ, ਇਹਦੀ ਪ੍ਰਭੂ ਸੱਤਾ ਬਚੇਗੀ ਔਰ ਇਸ ਦਾ ਅਰਥਚਾਰਾ ਚੰਗਾ ਹੋਏਗਾ। ਇਸ ਦੇ ਨੌਜਵਾਨ ਜਿਹੜਾ ਤੁਸੀਂ ਕਹਿੰਦੇ ਹੋ ਬਾਹਰ ਭੱਜਣ ਦੀ ਬਜਾਏ ਇੱਥੇ ਉਹਨੂੰ ਰੁਜ਼ਗਾਰ ਮਿਲੇਗਾ, ਚੰਗੀ ਸਿਹਤ, ਚੰਗੇ ਸੁਭਾਅ। ਜੀ ਬਿਲਕੁਲ। ਡਾਕਟਰ ਸਾਹਿਬ ਸਮਾਂ ਆਪਣਾ ਹੋ ਗਿਆ। 2 ਸ਼ਬਦ ਸੰਖੇਪ ਚ ਜਾਂਦੇ ਜਾਂਦੇ, ਜੋ ਕਿਸਾਨਾਂ ਦਾ 26 ਨਵੰਬਰ ਦਾ ਦਿੱਲੀ ਦਾ ਪ੍ਰੋਗਰਾਮ। ਦੇਖੋ ਗੱਲ ਇਹ ਹੈ ਵੀ ਇਹ ਬਹੁਤ ਵਧੀਆ ਪ੍ਰੋਗਰਾਮ ਹੈ, ਇਹਦੇ ਵਿੱਚ ਸਾਰਿਆਂ ਨੂੰ ਜਾਣਾ ਚਾਹੀਦਾ ਹੈ, ਜਿੰਨਾ ਵੀ ਕੋਈ ਜਾ ਸਕਦਾ ਹੈ। 25 ਨੂੰ ਹੀ ਉਹਨਾਂ ਨੇ ਰਾਤ ਨੂੰ ਇਕੱਠੇ ਹੋ ਜਾਣਾ ਹੈ, ਕਿਉਂਕਿ 26 ਨੂੰ 1 ਸਾਲ ਪੂਰੇ ਦੇ ਉੱਤੇ ਇਹ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾਣਾ ਚਾਹੀਦਾ ਹੈ, ਤਾਂ ਕਿ ਜਿਹੜੀਆਂ ਤਾਕਤਾਂ ਨੇ ਉਹਨੂੰ ਇਹ ਸੰਦੇਸ਼ ਮਿਲ ਜੇ ਵੀ ਹੁਣ ਜਿਹੜੇ ਬਾਕੀ 3 ਗੱਲਾਂ ਨੇ ਕਰ ਦਈਏ, ਨਹੀਂ ਤਾਂ ਫਿਰ ਦੂਜੇ ਪਾਸੇ ਨੂੰ ਜਾਊਗੀ ਹੋਗਾ। ਇਹ ਸੰਦੇਸ਼ 26 ਨੂੰ ਦੇਣਾ ਬਣਦਾ ਹੈ ਤੇ ਦੇਣਾ ਚਾਹੀਦਾ। ਹਰ ਇੱਕ ਬੰਦੇ ਨੂੰ ਜਿੰਨਾ ਮਰਜ਼ੀ ਜ਼ਰੂਰੀ ਕੰਮ ਨੇ ਜਿਹੜੇ ਉੱਠ ਕੇ ਜਾ ਸਕਦੇ ਉਹਨਾਂ ਨੂੰ ਜਾਣਾ ਚਾਹੀਦਾ। ਜੀ ਬਿਲਕੁਲ ਜਾਣਾ ਚਾਹੀਦਾ, ਕਿਉਂਕਿ ਹੱਕਾਂ ਦੀ ਲੜਾਈ ਹੈ। ਕਿਰਤੀ ਕਾਮਿਆਂ ਨੇ ਇਹ ਲੜਾਈ ਜਿੱਤ ਲਈ ਹੈ। ਬੀਜੇਪੀ ਸਰਕਾਰ ਹੁਣ ਉਹਨਾਂ ਨੇ ਆਪਣੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ ਕਿ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਡਾਕਟਰ ਸਾਹਿਬ ਹੁਣ ਵਾਪਸ ਲਏ ਜਾਣਗੇ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਰੱਖਣ ਦੇ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ ਸਾਡੇ ਨਾਲ ਬਣੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਪਿਆਰੇ ਲਾਲ ਗਰਗ ਸਾਹਿਬ। ਗਰਗ ਸਾਹਿਬ ਨੇ ਬੇਬਾਕ ਤਰੀਕੇ ਦੇ ਨਾਲ ਸੌਖੀ ਸਰਲ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਿਆ ਕਿ ਜੋ ਜਿਵੇਂ ਅਸੀਂ ਓਪਨਿੰਗ ਤੇ ਜ਼ਿਕਰ ਕੀਤਾ ਸੀ, ਚੀਫ ਜਸਟਿਸ ਨੇ ਜੋ ਉਹਨਾਂ ਨੇ ਕਿਹਾ ਕਿ ਲੋਕਤੰਤਰ ਲੋਕਾਂ ਦਾ ਦੇਸ਼ ਹੈ। ਬੀਜੇਪੀ ਹਕੂਮਤ ਜੋ ਲਗਾਤਾਰ ਆਪਣਾ ਇੱਕ ਅਧਿਕਾਰ ਸਮਝਦੀ ਹੈ ਦੇਸ਼ ਦੇ ਉੱਤੇ ਕਿ ਅਸੀਂ ਜੋ ਚਾਹੀਏ ਉਹ ਕਰ ਸਕਦੇ ਹਾਂ, ਜਿਹਨੂੰ ਚਾਹੀਏ ਅਸੀਂ ਮਾਰ ਸਕਦੇ ਹਾਂ, ਜੋ ਜਿਵੇਂ ਸਾਡਾ ਦਿਲ ਕਰਦਾ ਉੱਦਾਂ ਦਾ ਅਸੀਂ ਕਾਨੂੰਨ ਬਣਾ ਸਕਦੇ ਹਾਂ। ਤੁਸੀਂ ਪਿਛਲੇ ਸਮੇਂ 'ਚ ਦੇਖਿਆ ਵੀ ਹੋਊਗਾ ਕਿ ਨੋਟਬੰਦੀ, GST ਤੇ ਸਰਜੀਕਲ ਸਟ੍ਰਾਈਕ ਭਾਵੇਂ ਕੋਈ ਪੋਜ਼ਿਟਿਵ ਨਤੀਜੇ ਨਹੀਂ ਨਿਕਲੇ, ਪਰ ਉਹਨਾਂ ਨੇ ਆਪਣੀ ਮਨਮਾਨੀਆਂ ਕੀਤੀਆਂ। ਦੇਸ਼ ਭਾਵੇਂ ਅੱਜ ਆਰਥਿਕ ਤੌਰ ਤੇ ਸੰਕਟ ਦੇ ਵਿੱਚ ਘਿਰ ਗਿਆ। ਲਗਾਤਾਰ ਅਸੀਂ ਆਪਣੇ ਚੈਨਲ ਲੋਕਰਣ ਤੇ ਇਹੋ ਜਿਹੀ ਡਿਸਕਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਨੇ, ਤੁਸੀਂ ਸਾਨੂੰ ਮੈਸੇਜ ਵੀ ਕਰਦੇ ਹੋ। ਇੰਨਾ ਪਿਆਰ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਅੱਜ ਵੀ ਆਪਣਾ ਸੁਝਾਅ ਇਸ ਪ੍ਰੋਗਰਾਮ ਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਛੱਡ ਸਕਦੇ ਹੋ। ਤੇ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਣ ਚੈਨਲ ਪੰਜਾਬੀ ਤੇ। ਧੰਨਵਾਦ।